ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਾ ਪ੍ਰਭੂ, ਨਾਨਕ ਦੇ ਕਰ ਹੱਥ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਪਰਮ ਸਨਮਾਨਯੋਗ ਚਾਵਰ ਛਤਰ ਸਿੰਘਾਸਣ ਦੇ ਮਾਲਕ, ਤਖਤਾਂ ਤੇ ਸੁਭਾਏਮਾਨ ਦੀਨ ਦੁਨੀਆ ਦੇ ਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਦਰਗਾਹ ਅੰਦਰ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾ ਸਰਹਾਲੀ ਸਾਹਿਬ, ਤਿਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਅੰਦਰ ਆਪ ਸਰਬੱਤ ਸੰਗਤ ਗੁਰੂ ਕੀ ਸੰਗਤ ਦੇ ਵਿੱਚ ਜੁੜ ਬੈਠੇ ਹੋ। ਵੱਡਿਆਂ ਭਾਗਾਂ ਵਾਲੇ ਹੋ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਵੱਡਿਆਂ ਭਾਗਾਂ ਦੇ ਨਾਲ ਇਸ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਆਪ ਸਰਬੱਤ ਸੰਗਤ ਜੁੜ ਬੈਠੇ ਹੋ। ਆਓ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਨਾਥ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ। ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਐਸੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਪ੍ਰਵਾਨ ਕਰੋ। ਦੋਏ ਕਰ ਜੋੜ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਦੀ ਡੈਫੀਨੇਸ਼ਨ ਜੇ ਜਾਣਨਾ ਹੈ, ਉਸ ਦੀ ਪਰਿਭਾਸ਼ਾ ਨੂੰ ਜੇ ਜਾਣਨਾ ਚਾਹੀਏ ਤਾਂ ਮਹਾਰਾਜ ਫਰਮਾਉਂਦੇ ਨੇ, ਆਪਸ ਕਉ ਜੋ ਜਾਣੈ ਨੀਚਾ। ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸਾਰਿਆਂ ਤੋਂ ਨੀਵਾਂ ਮੰਨਦਾ ਏ, ਉਹ ਸੰਤ ਦੀ ਪਦਵੀ 'ਤੇ ਪਹੁੰਚਦਾ ਏ। ਫਿਰ ਮਹਾਰਾਜ ਕਹਿੰਦੇ, ਸੋ ਗਨੀਐ ਸਭ ਤੇ ਉੱਚਾ। ਫਿਰ ਉਹੀ ਮਨੁੱਖ ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਚਾ ਮੰਨਿਆ ਜਾਂਦਾ ਏ, ਵਡਿਆਈ ਦਾ ਪਾਤਰ ਬਣਦਾ ਏ, ਜਿਸ ਦਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਹੈ। ਨੀਹ ਜੇ ਵਿਧਾ ਮਨ ਪਛਾਣੂ ਵਿਰਲੋ ਥਿਓ, ਜੋੜਨ ਹਾਰਾ ਸੰਤ ਨਾਨਕ ਪਾਦਰ ਪੱਧਰੋ। ਮਹਾਰਾਜ ਕਹਿੰਦੇ, ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਵਿੰਨਿਆ ਹੋਇਆ, ਉਸ ਪਰਮਾਤਮਾ ਪਛਾਣਨ ਵਾਲਾ ਕੋਈ ਵਿਰਲਾ ਹੀ ਮਨੁੱਖ ਇਸ ਸੰਸਾਰ 'ਤੇ ਹੁੰਦਾ ਏ। ਅਤੇ ਉਸ ਪਰਮਾਤਮਾ ਪਾਦਰ ਪੱਧਰੋ, ਉਸ ਦਾ ਰਾਹ ਜਿਹੜਾ ਏ ਉਹ ਪੱਧਰਾ ਸਿੱਧਾ ਏ। ਅਤੇ ਇਹ ਮਨੁੱਖਤਾ ਨੂੰ ਜੋੜਨ ਵਾਲਾ ਵੀ ਉਹ ਸੰਤ ਹੈ, ਜਿਹੜਾ ਮਨੁੱਖ ਨੂੰ ਸਿੱਧੇ ਰਾਹ 'ਤੇ ਸਿੱਧੇ ਰਸਤੇ 'ਤੇ ਪਾਉਂਦਾ ਏ। ਇੱਕ ਉਦਾਹਰਣ ਲਈਏ, ਜੇਕਰ ਮੰਨ ਲਓ ਅਸੀਂ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਣਾ ਏ, ਅਤੇ ਉੱਥੇ ਮੀਲ ਪੱਥਰ ਦੀ ਬੜੀ ਜ਼ਰੂਰਤ ਹੁੰਦੀ ਏ।
ਜੇ ਮੀਲ ਪੱਥਰ ਹੁੰਦਾ ਏ ਤਾਂ ਬੰਦਾ ਆਪਣੀ ਮੰਜ਼ਿਲ 'ਤੇ ਆਸਾਨ ਤਰੀਕੇ ਨਾਲ ਪਹੁੰਚ ਜਾਂਦਾ ਏ। ਜੇ ਮੀਲ ਪੱਥਰ ਨਹੀਂ ਤਾਂ ਬੰਦਾ ਭਟਕ ਜਾਂਦਾ ਹੈ, ਆਪਣੇ ਰਸਤੇ ਤੋਂ ਮੰਜ਼ਿਲ ਤੋਂ ਭਟਕ ਜਾਂਦਾ ਹੈ। ਇਸੇ ਤਰ੍ਹਾਂ ਉਸ ਮੀਲ ਪੱਥਰ ਦੀ ਨਿਆਈ ਹੁੰਦੇ ਨੇ ਸੰਤ, ਜਿਹੜੇ ਮਨੁੱਖ ਨੂੰ ਇਸ ਸੰਸਾਰ ਦੀ ਭਟਕਣਾ ਦੇ ਵਿੱਚੋਂ ਕੱਢ ਕੇ ਦਰਗਾਹ ਦੇ ਰਸਤੇ ਦੇ ਤੁਰਦੇ ਨੇ। ਫਾਰਸੀ ਦਾ ਸ਼ਬਦ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਉਚਾਰਨ ਕਰਦੇ ਨੇ, ਹਮੇਸ਼ਾ ਸੋਭਤੇ ਮੁਰਦਾਨ ਹੱਕ ਤਲਬ ਗੋਇਆ ਕਿ ਤਾਲਿਬਾਨ ਖੁਦਾ ਵਾਸਲਾਨ ਅੱਲਾਹ ਅੰਧ। ਅਰਥਾਤ ਕਿ ਜੇ ਉਹ ਰੱਬ ਦੇ ਨਾਲ ਤੁਸੀਂ ਪ੍ਰੀਤੀ ਪ੍ਰੇਮ ਪਾਉਣਾ ਹੈ ਤੇ ਮਰਦਾਨ ਹੱਕ ਦਾ ਅਰਥ ਹੈ ਅਲੀ ਪਰਮਾਤਮਾ। ਮਰਦਾਨ ਦਾ ਅਰਥ ਹੁੰਦਾ ਹੈ ਉਸ ਦੇ ਸੇਵਕ ਪ੍ਰਭੂ ਪਰਮਾਤਮਾ ਦੇ ਜਨ। ਸੋਭਤੇ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਦੇ ਵਿੱਚ ਬੈਠ, ਪਰਮਾਤਮਾ ਨੂੰ ਮਿਲਣ ਦੀ ਚਾਹ ਆਪਣੇ ਮਨ ਦੇ ਵਿੱਚ ਰੱਖ, ਆਪਣੇ ਹਿਰਦੇ ਦੀ ਇੱਛਾ ਨੂੰ ਉਜਾਗਰ ਕਰਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ। ਤੇ ਫਿਰ ਉਹ ਸੰਤ ਉਹ ਸੇਵਕ ਨੂੰ, ਉਹ ਮਨੁੱਖ ਨੂੰ ਪਰਮਾਤਮਾ ਦੇ ਨਾਲ ਅਭੇਦ ਕਰਾ ਦਿੰਦਾ ਹੈ। ਕਿਉਂਕਿ ਮਹਾਰਾਜ ਕਹਿੰਦੇ, ਆਪਾਂ ਹਰ ਰੋਜ਼ ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਉਚਾਰਨ ਕਰਦੇ, ਜਾਪ ਕਰਦੇ ਹਾਂ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਇੱਕ ਲਹਿਰ ਉਪਜਦੀ ਉੱਠਦੀ ਏ, ਸਮੁੰਦਰ ਦਾ ਹੀ ਰੂਪ ਹੁੰਦੀ ਏ, ਫਿਰ ਵਿੱਚ ਸਮਾ ਜਾਂਦੀ ਏ, ਇਸੇ ਤਰ੍ਹਾਂ ਉਹ ਪਰਮਾਤਮਾ ਦਾ ਰੂਪ ਹੁੰਦੇ ਨੇ, ਪਰਮਾਤਮਾ ਦੇ ਸੇਵਕ ਸੰਤ ਜਨ। ਜੇ ਉਹਨਾਂ ਦੀ ਸੰਗਤ ਕਰੀਏ, ਉਹ ਆਪ ਪਰਮਾਤਮਾ ਦੇ ਵਿੱਚ ਅਭੇਦ ਹੁੰਦੇ ਨੇ ਤੇ ਸਾਨੂੰ ਸੇਵਕ ਜਨਾਂ ਮਨੁੱਖਾਂ ਨੂੰ, ਲੋਕਾਈ ਨੂੰ ਵੀ ਪਰਮਾਤਮਾ ਦੇ ਨਾਲ ਜੋੜਦੇ ਨੇ। ਗੁਰਬਾਣੀ ਅੰਦਰ ਮਹਾਰਾਜ ਫਰਮਾਨ ਕਰਦੇ, ਸੰਤ ਜਨਾਂ ਕੀ ਲੇਹੋ ਮਤੇ। ਮਹਾਰਾਜ ਕਹਿੰਦੇ ਕਿ ਸੰਤਾਂ ਦੀ ਮੱਤ ਨੂੰ ਧਾਰਨ ਕਰੋ, ਉਹਨਾਂ ਨੂੰ ਲਓ। ਕਿਹੜੇ ਸੰਤ ਜਨਾਂ ਦੀ? ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਦੇ ਨੇ। ਤਿਨਾਂ ਦੀ ਮੱਤ ਨੂੰ ਧਾਰਨ ਕਰੋ, ਤਿਨਾਂ ਦੇ ਬਚਨਾਂ ਦੀ ਪਾਲਣਾ ਕਰੋ, ਫਿਰ ਕੀ ਪ੍ਰਾਪਤ ਹੁੰਦਾ ਏ? ਮਹਾਰਾਜ ਕਹਿੰਦੇ, ਸਾਧ ਸੰਗ ਪਾਵਹੁ ਪਰਮ ਗਤੇ। ਸਾਧੂ ਜਨਾਂ ਦਾ ਸੰਗ ਕਰਨ ਦੇ ਨਾਲ ਮਨੁੱਖ ਪਰਮ ਗਤ ਨੂੰ ਪ੍ਰਾਪਤ ਹੁੰਦਾ ਹੈ। ਪਰਮ ਗਤ ਦਾ ਅਰਥ ਹੁੰਦਾ ਹੈ ਮੁਕਤੀ। ਫਿਰ ਉਸ ਮਨੁੱਖ ਨੂੰ ਇਹ 84 ਦੇ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ। 84 ਲੱਖ ਜੂਨ ਤੋਂ ਬਾਅਦ ਜਿਹੜੀ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਏ, ਇਸ ਦੇ ਵਿੱਚ ਹੀ ਇਹ ਲਾਹਾ ਖਟਿਆ ਜਾ ਸਕਦਾ ਏ। ਪ੍ਰਾਣੀ ਤੂੰ ਆਇਆ ਲੈਣ, ਲੱਗਾ ਕਿਤ ਕੁਫਕੜੇ, ਸਭ ਮੁੱਕਦੀ ਚੱਲੀ ਰਹਿਣ। ਸਾਧੂ ਜਨਾਂ ਦੇ ਬਚਨਾਂ ਦੀ ਪਾਲਣਾ ਕਰ, ਸਾਧ ਸੰਗਤ ਕਰ, ਤੇ ਤੂੰ ਇਹ 84 ਦੇ ਗੇੜ ਤੋਂ ਬਚ ਜਾਏਗਾ, ਮੁਕਤੀ ਨੂੰ ਪ੍ਰਾਪਤ ਹੋਵੇਗਾ। ਤੇ ਆਓ ਅਸੀਂ ਵੀ ਇਹ ਅਰਦਾਸ ਕਰਿਆ ਕਰੀਏ ਕਿ ਮਹਾਰਾਜ, ਅਸੀਂ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਾਹੋ ਨਾਨਕ ਹਮ ਨੀਚ ਕਰਮਾ, ਸਰਨ ਭਰੇ ਕੀ ਰਾਖੋ ਸ਼ਰਮਾ। ਹੇ ਅਕਾਲ ਪੁਰਖ ਪਰਮਾਤਮਾ, ਸਾਡੀ ਸਰਨ ਪਿਆਂ ਦੀ ਲਾਜ ਰੱਖ ਲਓ। ਇਹ ਅਰਦਾਸ ਇੱਕ ਸਿੱਖ ਦੀ ਹਰ ਰੋਜ਼ ਚਾਹੀਦੀ ਏ। ਜੇ ਤਰਲਾ ਗੁਰੂ ਅੱਗੇ ਕਰਾਂਗੇ ਤਾਂ ਹੀ ਗੁਰੂ ਬਾਂਹ ਫੜੇਗਾ।
ਇੰਨੀਆਂ ਕੁ ਵਿਚਾਰਾਂ ਦਾਸ ਦੀਆਂ ਪ੍ਰਵਾਨ ਕਰਨੀਆਂ। ਦਾਸ ਬਹੁਤ ਬਹੁਤ ਧੰਨਵਾਦੀ ਏ। ਇਹ ਸੰਪਰਦਾ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ, ਤਿੰਨਾਂ ਤੋਂ ਵਰੋਸਾਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਘੋਲਾ ਸਿੰਘ ਜੀ, ਜਥੇਦਾਰ ਸ਼੍ਰੀਮਾਨ ਸੰਤ ਬਾਬਾ ਗੁਰਨਾਮ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ, ਤਿੰਨਾਂ ਦੀ ਪ੍ਰੇਰਣਾ ਦਾ ਸਦਕਾ ਇਹ ਸਿੱਖੀ ਸਰੂਪ ਪ੍ਰਾਪਤ ਹੋਇਆ ਏ। ਸਿੱਖੀ ਦੇ ਮਾਰਗ 'ਤੇ ਚੱਲੇ ਆ। ਸਾਡੀ ਬਾਂਹ ਫੜ ਕੇ ਇਹਨਾਂ ਮਹਾਂਪੁਰਖਾਂ ਨੇ ਗੁਰੂ ਦੇ ਲੜ ਲਾਇਆ ਏ। ਆਪ ਸਰਬੱਤ ਸੰਗਤ ਵੀ ਅਰਦਾਸ ਕਰਿਓ, ਜਿਸ ਤਰ੍ਹਾਂ ਇਹ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਏ, ਇਸੇ ਤਰ੍ਹਾਂ ਇਹ ਸੇਵਾ ਨੂੰ ਨਿਭਾਉਣਾ ਕਰੀਏ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕੁਝ ਬੋਲਣ ਦਾ ਬਲ ਬਖਸ਼ਿਸ਼ ਕੀਤਾ ਏ। ਅਤੇ ਕੋਟਾਨ ਕੋਟ ਧੰਨਵਾਦ ਗੁਰੂ ਕੀ ਸੰਗਤ ਦਾ, ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕਰਕੇ ਵਿਚਾਰਾਂ ਸਰਵਣ ਕੀਤੀਆਂ ਨੇ। ਇੱਕ ਵਾਰ ਜੋ ਦੇ ਕਿਸਾਨੀ ਮੋਰਚਾ ਲੱਗਾ ਏ, ਤਿਸ ਦੀ ਚੜ੍ਹਦੀ ਕਲਾ ਵਾਸਤੇ ਸਰਬੱਤ ਸੰਗਤ ਅਰਦਾਸ ਕਰੋ। ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਖੀਰ ਦੇ ਵਿੱਚ ਦਾਸ ਨੂੰ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।